ਮੇਰਾ ਬੀਪੀ ਜਿਹੜਾ ਹਾਈ ਰਹਿੰਦਾ ਸੀ ਤੇ 145 ਤੱਕ ਰਹਿੰਦਾ ਸੀ ਉੱਪਰਲਾ ਬੀਪੀ। ਤੇ ਮੈਂ ਟੈਲਮੀਸਾਰਟਨ 40 ਤੇ ਐਮਲਡੋਪਿਨ ਵਿਦ 2.5 mg ਡੇਲੀ ਲੈਂਦਾ ਸੀ, ਫਿਰ ਵੀ 145 ਰਹਿੰਦਾ ਸੀਗਾ। ਤੇ ਮੈਂ ਜਦੋਂ ਦਾ ਇੱਥੋਂ ਦਵਾਈ ਲਈ ਹੈ, ਤੇਲ ਵਗੈਰਾ ਯੂਜ਼ ਕੀਤਾ ਇਹਨਾਂ ਦਾ ਸਾਰੇ ਪ੍ਰੋਡਕਟ, ਤੇ ਉਦੋਂ ਮੇਰਾ ਹੁਣ ਨੋਰਮਲ ਬੀਪੀ 130 ਤੱਕ ਹੈ ਜੀ। ਬਾਹਰ ਅਸੀਂ ਦੇਖ ਰਹੇ ਸੀ, ਕੋਈ ਕਹਿ ਰਿਹਾ ਜੋੜਾਂ 'ਚ ਦਰਦ ਹੋ ਰਿਹਾ, ਕੋਈ ਕਹਿ ਰਿਹਾ ਕਿ ਸਾਨੂੰ ਲਿਵਰ ਦੀ ਪ੍ਰੋਬਲਮ ਆ, ਤੇ ਸਮੱਸਿਆਵਾਂ ਕਾਫੀ ਆ। ਫਿਰ ਇੱਕ ਧੁੰਨੀ ਤੋਂ ਕਿਸ ਤਰ੍ਹਾਂ ਮਤਲਬ ਵੱਖ-ਵੱਖ ਸਮੱਸਿਆਵਾਂ ਠੀਕ ਹੋ ਸਕਦੀਆਂ? ਮੈਂ ਤੁਹਾਨੂੰ ਇੱਕ ਸਵਾਲ ਦੇ ਨਾਲ ਹੀ ਲੈ ਕੇ ਜਾ ਰਿਹਾ, ਜਿੱਦਾਂ ਤੁਸੀਂ ਸਵਾਲ ਕੀਤਾ ਉਹਦੇ ਨਾਲ ਹੀ ਇੱਕ ਜਵਾਬ ਦੇਣ ਲੱਗਾ। ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਜੀ, ਸਭ ਤੋਂ ਪਹਿਲਾਂ ਕੀ ਬਣਦਾ? ਸਭ ਤੋਂ ਪਹਿਲਾਂ ਨਾੜੂਆ ਬਣਦਾ ਜੀ। ਨਾੜੂਆ, ਜਿਹਨੂੰ ਨਾਭੀ ਕਹਿੰਦੇ, ਜਿਹਨੂੰ ਧੁੰਨੀ ਕਹਿੰਦੇ ਜੀ। ਨਾੜੂਏ ਦੇ ਨਾਲ ਫਿਰ ਕੀ ਆ, ਉੱਥੋਂ 72,000 ਨਾੜਾਂ ਹੋਰ ਆਉਂਦੀਆਂ, ਜਿਹਨਾਂ ਵੱਖਰੇ ਵੱਖਰੇ ਔਰਗਨਸ ਨੂੰ ਜਾਂਦੀਆਂ ਆ, ਵੱਖਰੇ ਵੱਖਰੇ ਔਰਗਨ, ਉਹ ਔਰਗਨ ਉਹਨਾਂ ਨਾਲ ਕੰਪਲੀਟ ਆ। ਹੁਣ ਨਾਭੀ ਜਦੋਂ ਬਣੀ ਆ, ਮਾਂ ਦੇ ਪੇਟ ਵਿੱਚ ਬੰਦਾ ਨਾਭੀ ਦੇ ਥਰੂ ਹੀ ਸਾਰੀ ਡਿਵੈਲਪਮੈਂਟ ਹੋਈ, ਉਹਦੇ ਅੰਗ ਜਿੰਨੇ ਵੀ ਬਣੇ ਆ, ਨੱਕ, ਮੂੰਹ, ਕੰਨ, ਕੁਛ ਵੀ ਜਿਹੜਾ ਬਣਿਆ ਆਪਣਾ ਬੋਡੀ ਦਾ ਅੰਗ, ਉਹ ਨਾਭੀ ਨਾਲ ਹੀ ਬਣਿਆ। ਮੇਰੀ ਵਾਈਫ ਨੂੰ ਪ੍ਰੋਬਲਮ ਸੀਗੀ, ਉਹ ਜਦੋਂ ਦੀ ਦਵਾਈ ਖਾਣ ਗਏ, ਧੁੰਨੀ ਵਿੱਚ ਦਵਾਈ ਪਾਉਣ ਲੱਗੇ ਨਾ, ਉਸ ਦਿਨ ਤੋਂ ਕਾਫੀ ਫਰਕ ਪਿਆ ਉਹਨਾਂ ਨੂੰ ਜੀ। ਕੀ ਪ੍ਰੋਬਲਮ ਸੀ ਜੀ? ਸਭ ਤੋਂ ਪਹਿਲਾਂ ਉਹਨਾਂ ਨੂੰ ਟਾਈਫਾਇਡ ਦੀ ਪ੍ਰੋਬਲਮ ਸੀਗੀ ਜੀ। ਟਾਈਫਾਇਡ ਦੇ ਮਤਲਬ ਅੰਗਰੇਜ਼ੀ ਦਵਾਈ ਖਾਣ ਦੇ ਨਾਲ ਉਹਨਾਂ ਦੇ ਲੀਵਰ ਦੇ ਅੰਦਰ ਫੁੱਲ ਪੈ ਗਿਆ ਸੀਗਾ, ਅਤੇ ਲੀਵਰ ਦੀ ਦਵਾਈ ਇਹਨਾਂ ਤੋਂ ਲਈ ਸੀਗੀ, ਅਤੇ ਧੁੰਨੀ ਵਾਸਤੇ ਲਈ ਸੀਗੀ, ਅਤੇ ਜਿਹਦੇ ਨਾਲ ਹੁਣ ਕਾਫੀ ਫਰਕ ਪੈ ਗਿਆ, ਹੁਣ ਠੀਕ ਹੋ ਰਹੇ ਹੈ। ਸਾਨੂੰ ਕੋਈ ਵੀ ਬੂਟਾ ਜੇਕਰ ਅਸੀਂ ਤੰਦਰੁਸਤ ਰੱਖਣਾ, ਉਹਦੀ ਜੜ੍ਹ 'ਚ ਹੀ ਪਾਣੀ ਪਾਉਣਾ ਪਊਗਾ, ਨਾ ਕਿ ਉਹਦੇ ਪੱਤਿਆਂ ਨੂੰ, ਨਾ ਕਿ ਫਲਾਂ ਨੂੰ। ਜਾਂ ਹੁਣ ਅਸੀਂ ਕਰਦੇ ਕੀ ਆ, ਹੁਣ ਅਸੀਂ ਮੈਡੀਸਨ ਲੈਂਦੇ, ਮੇਰਾ ਸਿਰ ਦੁਖਿਆ, ਮੈਂ ਕਹਿੰਦਾ ਮੈਂ ਸਿਰ ਦੁਖਦਾ ਜੀ, ਮੈਡੀਸਨ ਲੈ ਲਈ ਜੀ। ਜੇ ਆਪਾਂ ਸਿੱਧਾ ਜੜ੍ਹ 'ਤੇ ਹੀ ਕੰਮ ਕਰ ਲਿਆ ਜਾਵੇ, ਉਹ ਜਿਹੜਾ ਸੈੱਲ ਆ ਸਾਡਾ ਪੋਸ਼ਣ ਹੋ ਗਿਆ। ਦੇਖੋ ਬੋਡੀ ਸਾਡੀ ਸੈੱਲਾਂ ਤੋਂ ਬਣੀ ਹੋਈ ਆ, ਮੈਂ ਤੁਹਾਨੂੰ ਅੱਜ ਐਜ਼ ਏ ਅਨੋਟਮੀ ਦੱਸਣ ਲੱਗਾ। ਜਿਹੜੀ ਬੋਡੀ ਆ ਉਹ ਸਾਡੇ ਸੈੱਲਾਂ ਤੋਂ ਬਣੀ ਹੋਈ ਆ। ਜਦੋਂ ਕਿਸੇ ਇਨਸਾਨ ਦਾ ਸੈੱਲ ਬਿਮਾਰ ਹੈ ਤਾਂ ਉਹ ਇਨਸਾਨ ਬਿਮਾਰ ਹੈ, ਜੇਕਰ ਕਿਸੇ ਇਨਸਾਨ ਦਾ ਸੈੱਲ ਮਜ਼ਬੂਤ ਹੈ ਤਾਂ ਉਹ ਇਨਸਾਨ ਮਜ਼ਬੂਤ ਹੈ। ਸਤਿ ਸ਼੍ਰੀ ਅਕਾਲ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਕਿਹੜੀ ਜਗ੍ਹਾ ਤੋਂ ਜੀ ਤੁਸੀਂ? ਅਸੀਂ ਟੱਪਰੀਆਂ ਰਾਣੇਵਾਲ ਤੋਂ ਆਏ ਜੀ। ਠੀਕ ਹੈ ਜੀ। ਤੇ ਮੈਡਮ ਤੁਸੀਂ ਇਸ ਤੇਲ ਦੀ ਵਰਤੋਂ ਕੀਤੀ ਹੈ ਜੀ? ਹਾਂਜੀ, ਸਾਨੂੰ 3 ਮਹੀਨੇ ਹੋ ਗਏ ਇਸ ਤੇਲ ਦੀ ਵਰਤੋਂ ਕਰਦਿਆਂ ਨੂੰ ਜੀ। ਤਾਂ ਸਾਨੂੰ ਉਹ ਤੋਂ ਬਹੁਤ ਫਰਕ ਪਿਆ ਹੈ। ਜਿੱਦਾਂ ਕੈਸਟਰੋਲ, ਯੂਰੀਆ, ਇਹ ਸਾਰੇ ਸਰੀਰ ਵਿੱਚ ਅਕੜਾਨ ਜਿਹੀ ਰਹਿੰਦੀ ਸੀਗੀ, ਮਤਲਬ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ। ਹੁਣ ਪਹਿਲਾਂ ਨਾਲੋਂ ਬਹੁਤ ਫਰਕ ਹੈ, ਤੇ ਹੁਣ ਆਪਾਂ ਕੋਈ ਯੂਰੀਆ ਦੀ, ਕੈਸਟਰੋਲ ਦੀ ਗੋਲੀ ਨਹੀਂ ਖਾਧੀ ਉਸ ਤੋਂ ਬਾਅਦ ਜੀ। ਤੇ ਹਾਂਜੀ, ਕਿਸ ਤਰ੍ਹਾਂ ਪਹਿਲਾਂ ਦਵਾਈਆਂ ਖਾਣੀਆਂ ਪੈਂਦੀਆਂ ਹੋਣੀਆਂ ਰੁੱਗ ਭਰ ਕੇ, ਤੇ ਹੁਣ ਇੱਕ ਤੇਲ ਧੁੰਨੀ 'ਚ ਪਾਉਣ ਨਾਲ ਠੀਕ ਹੋ ਗਏ? ਜੀ, ਬਹੁਤ ਫਰਕ ਲੱਗਦਾ ਸਾਨੂੰ। ਜਿੱਦਾਂ ਹੁਣ ਸਾਨੂੰ ਅੰਗਰੇਜ਼ੀ ਦਵਾਈ ਨਹੀਂ ਖਾਣੀ ਪੈਂਦੀ ਜੀ। ਹਾਂਜੀ, ਹੱਥ ਪੈਰ ਸੁੰਨ ਹੁੰਦੇ ਸੀ, ਉਹ ਤੋਂ ਵੀ ਫਰਕ ਹੈ ਜੀ। ਬਿਲਕੁਲ, ਬੜੇ ਹੀ ਆਸਾਨ ਤਰੀਕੇ ਨਾਲ ਆਪਾਂ ਰੋਜ਼ ਰਾਤ ਨੂੰ ਜਦੋਂ ਲੇਟਦੇ ਹਾਂ ਤਾਂ ਆਪਣੀ ਧੁੰਨੀ ਦੇ ਵਿੱਚ ਸਿੱਧੇ ਲੇਟ ਕੇ ਤੁਸੀਂ 2 ਬੂੰਦਾਂ ਇਸ ਤਰੀਕੇ ਦੇ ਨਾਲ ਆਪਣੀ ਧੁੰਨੀ ਦੇ ਵਿੱਚ ਪਾ ਲੈਣੀਆਂ ਆ ਜੀ। ਅੱਧਾ ਘੰਟਾ ਆਪਾਂ ਜਿਹੜਾ ਆ ਉਹ ਸਿੱਧੇ ਲੇਟਣਾ ਆ, ਉਹਦੇ ਵਿੱਚ ਨਾ ਤੁਸੀਂ ਸਿਰਹਾਣੇ ਦਾ ਇਸਤੇਮਾਲ ਕਰਨਾ ਆ, ਨਾ ਹੀ ਤੁਸੀਂ ਵੱਖ ਲੈਣਾ ਆ ਜੀ। ਤੇ ਜਦੋਂ ਤੁਸੀਂ ਅੱਧਾ ਘੰਟਾ ਸਿੱਧੇ ਲੇਟ ਗਏ, ਅੱਧੇ ਘੰਟੇ ਤੋਂ ਬਾਅਦ ਇਹਦੀ ਤੁਸੀਂ ਮਸਾਜ ਕਰਨੀ ਆ, ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼। ਤੁਹਾਨੂੰ ਦਿਖਾ ਵੀ ਦਿੰਦੇ ਆ ਕਿ ਕਿਸ ਤਰੀਕੇ ਨਾਲ ਮਸਾਜ ਕਰਨੀ ਆ ਇਹਦੀ, ਸਿੱਧੇ ਤਰੀਕੇ ਨਾਲ ਤੇ ਅਸਿੱਧੇ ਤਰੀਕੇ ਨਾਲ ਧੁੰਨੀ ਦੇ ਆਲੇ ਦੁਆਲੇ ਇਸ ਤੇਲ ਦੀ ਚੰਗੀ ਤਰ੍ਹਾਂ ਆਪਾਂ ਮਾਲਿਸ਼ ਕਰ ਲੈਣੀ ਆ ਜੀ। ਪ੍ਰੋਬਲਮ ਮੇਰੇ ਕਾਫੀ ਸੀਗੀ ਜੀ, ਮੇਰੀ L4 L5 ਦੀ ਸਮੱਸਿਆ ਸੀਗੀ, ਤੇ ਸੀ ਵੀ ਸਰ ਕਾਫੀ ਟਾਈਮ ਤੋਂ, ਲਗਭਗ 4 ਤੋਂ 5 ਸਾਲ ਹੋ ਗਏ ਸੀ ਮੈਨੂੰ ਜਿੱਦਾਂ। ਤੋ ਉਸ ਤੋਂ ਬਾਅਦ ਸਰ ਮੇਰੀ ਲੀਵਰ ਦੀ ਪ੍ਰੋਬਲਮ ਆ ਗਈ ਜੀ, ਲੀਵਰ ਫੈਟੀ ਆ ਗਿਆ ਮੇਰਾ। ਫਿਰ ਉਸ ਤੋਂ ਬਾਅਦ ਸਰ ਮੇਰੀ ਗਦੂਦ ਵੱਧ ਗਈ। ਸੋ ਮੈਨੂੰ ਹਾਂਜੀ ਸਰਦਾਰ ਨਿਰਮਲ ਸਿੰਘ ਜੀ ਇਹਨਾਂ ਨੇ ਰਿਕਮੈਂਡ ਕੀਤਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਸੋ ਆਪਾਂ ਸਰ ਮੈਨੂੰ ਹੋ ਗਿਆ 15 ਤੋਂ 20 ਦਿਨ ਜੀ ਦਵਾਈ ਯੂਜ਼ ਕਰਦੇ, ਤੇ ਕਾਫੀ ਬੈਟਰ ਫੀਲ ਕਰ ਰਿਹਾ ਹੁਣ ਮੈਂ। ਬਹੁਤ ਸਾਰੇ ਲੋਕ ਜਿਹੜੇ ਬੰਗੇ ਵਿੱਚ ਵੀ ਬੈਠੇ ਹੋਏ ਆ ਸਾਡੀ ਕਾਪੀ ਕਰਕੇ, ਔਰ ਮੈਂ ਤੁਹਾਨੂੰ ਉਹਨਾਂ ਦੇ ਪ੍ਰੂਫ ਵੀ ਦੇ ਦੂੰਗਾ ਕਿ ਇੱਥੇ ਕੰਮ ਕਰਦੇ ਗਏ ਸਾਡੇ ਕੋਲੋਂ ਜੀ। ਉਹਨਾਂ ਦੇ ਪ੍ਰੂਫ ਵੀ ਦੇ ਦੂੰਗਾ ਕਿ ਜਿਹੜੇ ਇੱਥੇ ਨੇਵਲ ਅੰਮ੍ਰਿਤ, ਨਾਭੀ ਅੰਮ੍ਰਿਤ ਦੀ ਲੋਕਾਂ ਨੂੰ ਦੱਸਦੇ ਹੁੰਦੇ ਸੀ ਜਾ ਕੇ, ਉਹਨਾਂ ਨੇ ਇਹ ਸੋਚ ਲਿਆ ਕਿ ਯਾਰ ਅਸੀਂ ਪੈਸਾ ਕਮਾਈਏ। ਪੈਸਾ ਕਮਾਉਣਾ ਸਾਡਾ ਮੋਟਿਵ ਨਹੀਂ ਹੈਗਾ ਆ, ਸਾਡਾ ਮੋਟਿਵ ਹੈ ਕਿ ਲੋਕਾਂ ਦੀ ਸਿਹਤ ਠੀਕ ਹੋ ਜਾਏ। ਤੁਹਾਨੂੰ ਕਿਸ ਤਰ੍ਹਾਂ ਇਸ ਤੇਲ ਬਾਰੇ ਪਤਾ ਲੱਗਾ, ਕਿੰਨਾ ਸਮਾਂ ਵਰਤੋਗੇ? ਹਾਂਜੀ, ਜਿਨ੍ਹਾਂ ਨੇ ਯੂਜ਼ ਕੀਤਾ ਸੀ ਉਹਨਾਂ ਨੇ ਫਿਰ ਦੱਸਿਆ ਵੀ ਤੁਸੀਂ ਉੱਥੇ ਜਾਓ ਤਾਂ ਉੱਥੇ ਤੁਹਾਡਾ ਕੁਝ ਹੋ ਸਕਦਾ ਹੱਲ ਜੀ। ਮੈਂ ਵੈਸੇ ਸਾਡਾ ਕੋਟ ਫਤੂਹੀ ਅੱਡੇ ਦੇ ਕੋਲ ਨਾਲ ਪਿੰਡ ਆ, ਤਾਂ ਮੈਂ ਉੱਥੇ ਹਸਪੀਟਲ ਦੇ ਵਿੱਚ ਦਾਖਲ ਹੋਇਆ ਤਾਂ 7000 ਰੁਪਈਆ ਮੇਰਾ ਦਿਨ ਰਾਤ ਦਾ ਲੈ ਲਿਆ ਜੀ। ਮੈਨੂੰ ਜਾਣ ਕੇ ਮੇਰਾ ਡਾਊਨ ਨਹੀਂ ਹੋਇਆ,
ਫਿਰ ਮੈਂ ਇੱਥੋਂ ਆਇਆ, ਇਹ ਤੇਲ ਦੀ ਵਰਤੋਂ ਕਰਕੇ ਤਾਂ ਫਿਰ ਮੈਂ ਦੇਖਿਆ, ਫਿਰ ਇਸ ਦੇ ਨਾਲ ਮੇਰਾ ਇਸ ਵੇਲੇ 160-55 ਦੇ ਵਿੱਚ ਬਿਲਕੁਲ ਸਹੀ ਹੈ, ਰੈਡੀ ਆ, ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ। ਯੈਸ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਅਬ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਅੱਜ ਤੁਹਾਨੂੰ ਲੈ ਕੇ ਪਹੁੰਚਿਆ ਨੇਵਲ ਅਮਰਤ ਦੇ ਹੈੱਡ ਆਫਿਸ ਬੰਗਾ ਵਿਖੇ। ਸੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖ ਰਹੇ ਹਾਂ ਜਿਹਦੇ ਵਿੱਚ ਕਿ ਲੋਕਾਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਕਿ ਇੱਕ ਤੇਲ ਆ ਜਿਸ ਨੂੰ ਕਿ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਲੋਕਾਂ ਦੀਆਂ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ। ਸੋ ਇਸ ਦਾ ਅਸਲ ਸੱਚ ਕੀ ਆ ਉਹ ਅਸੀਂ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ। ਸੋ ਆਓ ਚੱਲਦੇ ਹਾਂ ਤੇ ਵੇਖਦੇ ਹਾਂ ਕਿ ਵਾਕਈ ਕਿਸ ਤਰ੍ਹਾਂ ਇੱਕ ਤੇਲ ਨੂੰ ਜਿਹੜਾ ਵਾ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਵਾ। ਸੋ ਇੱਧਰ ਕੁਝ ਲੋਕ ਵੀ ਬੈਠੇ ਹੋਏ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਰ, ਇਹ ਜਿਸ ਤਰ੍ਹਾਂ ਕਿ ਅਸੀਂ ਸੁਣਨ ਦੇ ਵਿੱਚ ਮਿਲਿਆ ਕਿ ਇੱਕ ਤੇਲ ਆ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਜੀ, ਕੀ ਕਹਿਣਾ ਚਾਹੋਗੇ? ਕੀ ਫਾਇਦਾ ਹੋਇਆ ਤੁਹਾਡਾ ਇਸ ਦੇ ਨਾਲ? ਨਹੀਂ, ਪੈ ਰਿਹਾ ਫਰਕ ਹੈ। ਮੇਰੀ ਵਾਈਫ ਨੂੰ ਪ੍ਰੋਬਲਮ ਸੀਗੀ, ਉਹ ਜਦੋਂ ਦੀ ਦਵਾਈ ਖਾਣ ਗਏ, ਧੁੰਨੀ ਵਿੱਚ ਦਵਾਈ ਪਾਉਣ ਲੱਗੇ ਨਾ, ਉਸ ਦਿਨ ਤੋਂ ਕਾਫੀ ਫਰਕ ਪੈ ਜਾਣਾ ਜੀ। ਕੀ ਪ੍ਰੋਬਲਮ ਸੀ ਜੀ? ਸਭ ਤੋਂ ਪਹਿਲਾਂ ਉਹਨਾਂ ਨੂੰ ਟਾਈਫਾਇਡ ਦੀ ਪ੍ਰੋਬਲਮ ਸੀਗੀ ਜੀ। ਟਾਈਫਾਇਡ ਦੇ ਅੰਗਰੇਜ਼ੀ ਦਵਾਈ ਖਾਣ ਦੇ ਨਾਲ ਉਹਨਾਂ ਦੇ ਲੀਵਰ ਦੇ ਅੰਦਰ ਫਲਟ ਪੈ ਗਿਆ ਸੀਗਾ, ਅਤੇ ਲੀਵਰ ਦੀ ਦਵਾਈ ਇਹਨਾਂ ਤੋਂ ਲਈ ਸੀਗੀ ਅਤੇ ਧੁੰਨੀ ਜਵਾਂ ਲਈ ਸੀਗੀ, ਅਤੇ ਜਿਹਦੇ ਨਾਲ ਹੁਣ ਕਾਫੀ ਫਰਕ ਪੈ ਗਿਆ, ਹੁਣ ਠੀਕ ਹੋ ਰਹੇ ਹੈ। ਸੋ ਬਿਲਕੁਲ ਜੀ, ਕੁਝ ਹੋਰ ਵੀ ਪੇਸ਼ੈਂਟ ਇੱਥੇ ਬੈਠੇ ਨੇ, ਸਾਰਿਆਂ ਦੇ ਨਾਲ ਹੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਮੈਡੀਸਿਨ ਲੈਣ ਆਏ ਹੋ ਜਾਂ ਪਹਿਲਾਂ ਯੂਜ਼ ਕਰ ਚੁੱਕੇ ਹੋ? ਮੈਡੀਸਿਨ ਯੂਜ਼ ਕਰ ਚੁੱਕਿਆ ਜੀ। ਮੇਰਾ ਬੀਪੀ ਜਿਹੜਾ ਹਾਈ ਰਹਿੰਦਾ ਸੀ ਅਤੇ 145 ਤੱਕ ਰਹਿੰਦਾ ਸੀ ਉੱਪਰਲਾ ਬੀਪੀ, ਅਤੇ ਮੈਂ ਟੈਲਮੀਸਾਰਟਨ 40 ਅਤੇ ਐਮੈਲਡੋਪਿਨ ਵਿਦ 2.5 mg ਡੇਲੀ ਲੈਂਦਾ ਸੀ, ਫਿਰ ਵੀ 145 ਰਹਿੰਦਾ ਸੀਗਾ। ਅਤੇ ਮੈਂ ਜਦੋਂ ਦਾ ਇੱਥੋਂ ਦਵਾਈ ਲਈ ਹੈ, ਤੇਲ ਵਗੈਰਾ ਯੂਜ਼ ਕੀਤਾ ਇਹਨਾਂ ਦਾ ਸਾਰੇ ਪ੍ਰੋਡਕਟ, ਅਤੇ ਉਦੋਂ ਮੇਰਾ ਹੁਣ ਨੋਰਮਲ ਬੀਪੀ 130 ਤੱਕ ਹੈ ਜੀ। ਮੈਂ ਬਹੁਤ ਮਤਲਬ ਵਧੀਆ ਹੈ ਦਵਾਈ, ਮੈਂ ਹੋਰ ਵੀ ਦੱਸਦਾ ਹੁੰਦਾ ਵੀ ਵਧੀਆ ਹੈ ਇਹਨਾਂ ਦਾ, ਬਹੁਤ ਸੋਹਣਾ, ਸਿਹਤ ਲਈ ਬਹੁਤ ਵਧੀਆ ਹੈ। ਸੋ ਬਿਲਕੁਲ ਜੀ, ਜੋ ਕੁਝ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਸੀ, ਇੱਥੇ ਤੁਸੀਂ ਦੇਖ ਰਹੇ ਜੇ ਕਿ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਪਹੁੰਚੇ ਆ ਤੇ ਤੁਸੀਂ ਦੇਖ ਸਕਦੇ ਜੇ ਕਿ ਪੇਸ਼ੈਂਟ ਪਹੁੰਚੇ ਹੋਏ ਆ, ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਆ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਵੀ ਇਸ ਧੁੰਨੀ ਦੇ ਵਿੱਚ ਪਾਉਣ ਵਾਲੇ ਤੇਲ ਦੀ ਵਰਤੋਂ ਕੀਤੀ ਹੈ ਜੀ? ਕੀਤੀ ਹੈ, ਪਹਿਲੀ ਵਾਰ ਆਏ ਆ ਜੀ। ਠੀਕ ਹੈ, ਪਹਿਲੀ ਵਾਰ ਆਏ ਜੀ? ਹਾਂਜੀ। ਠੀਕ ਹੈ ਜੀ, ਹਜੇ ਮਤਲਬ ਵਰਤੋਂ ਕਰਨੀ ਹੈ ਤੁਸੀਂ? ਹਾਂਜੀ ਜੀ। ਸੋ ਬਿਲਕੁਲ ਜੀ, ਕੁਝ ਹੋਰ ਪੇਸ਼ੈਂਟਸ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਤੁਸੀਂ ਵੀ ਇਸ ਤੇਲ ਦੀ ਵਰਤੋਂ ਕੀਤੀ ਹੈ ਜੀ? ਨਹੀਂ, ਮੇਰੇ ਉਸਤਾਦ ਜੀ ਨੇ ਕੀਤੀ ਹੈ, ਇਹਨਾਂ ਨੂੰ ਪ੍ਰੋਬਲਮ ਸੀਗੀ। ਮੈਂ ਸਰ ਯੂਜ਼ ਕਰ ਰਿਹਾ ਜੀ। ਕੀ ਪ੍ਰੋਬਲਮ ਸੀ ਸਰ? ਸਰ ਪ੍ਰੋਬਲਮ ਮੇਰੇ ਕਾਫੀ ਸੀਗੀ ਜੀ। ਮੇਰੀ L4 L5 ਦੀ ਸਮੱਸਿਆ ਸੀਗੀ, ਅਤੇ ਸੀ ਵੀ ਸਰ ਕਾਫੀ ਟਾਈਮ ਤੋਂ, ਲਗਭਗ 4 ਤੋਂ 5 ਸਾਲ ਹੋ ਗਏ ਸੀ ਮੈਨੂੰ ਜਿੱਦਾਂ। ਤੋ ਉਸ ਤੋਂ ਬਾਅਦ ਸਰ ਮੇਰੀ ਲੀਵਰ ਦੀ ਪ੍ਰੋਬਲਮ ਆ ਗਈ ਜੀ, ਲੀਵਰ ਫੈਟੀ ਆ ਗਿਆ ਮੇਰਾ। ਫਿਰ ਉਸ ਤੋਂ ਬਾਅਦ ਸਰ ਮੇਰੀ ਗਦੂਦ ਵੱਧ ਗਈ। ਸੋ ਮੈਨੂੰ ਹਾਂਜੀ ਸਰਦਾਰ ਨਿਰਮਲ ਸਿੰਘ ਜੀ ਇਹਨਾਂ ਨੇ ਰਿਕਮੈਂਡ ਕੀਤਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਸੋ ਆਪਾਂ ਸਰ ਮੈਨੂੰ ਹੋ ਗਿਆ 15 ਤੋਂ 20 ਦਿਨ ਜੀ ਦਵਾਈ ਯੂਜ਼ ਕਰਦੇ, ਅਤੇ ਕਾਫੀ ਬੈਟਰ ਫੀਲ ਕਰ ਰਿਹਾ ਹੁਣ ਮੈਂ। ਕਿਸ ਤਰ੍ਹਾਂ ਸਰ ਤੁਹਾਨੂੰ ਪਤਾ ਲੱਗਾ ਸੀ ਕਿ ਜਿਸ ਤਰ੍ਹਾਂ ਯਕੀਨ ਆਇਆ ਸੀ ਪਹਿਲਾਂ ਕਿ ਮਤਲਬ ਧੁੰਨੀ ਦੇ ਵਿੱਚ ਤੇਲ ਪਾਉਣ ਦੇ ਨਾਲ ਰੋਗ ਠੀਕ ਹੋ ਜਾਊਗਾ? ਕਿਸ ਤਰ੍ਹਾਂ ਦਾ ਕੀ ਲੱਗਦਾ ਹੁੰਦਾ? ਸਰ ਡਾਕਟਰ ਹਰਦੀਪ ਸਿੰਘ ਨੇ ਮੇਨ ਹੈਡ ਸ਼ਾਇਦ ਜੀ, ਉਹਨਾਂ ਨੂੰ ਫੋਲੋ ਕੀਤਾ ਸੀ ਮੈਂ ਲਗਭਗ 1 ਸਾਲ ਪਹਿਲਾਂ ਜੀ। ਉਸ ਟਾਈਮ ਲੱਗਾ ਸੀ ਸਰ ਸ਼ਾਇਦ ਐਵੇਂ ਹੋਏਗਾ ਜਿੱਦਾਂ ਸੋਸ਼ਲ ਮੀਡੀਆ ਆਮ ਚੱਲਦਾ ਸਰ ਜੀ, ਬਟ ਫਿਰ ਨਿਰਮਲ ਸਿੰਘ ਜੀ ਲੈ ਕੇ ਆਏ ਅਤੇ ਆਪਾਂ ਕਾਫੀ ਦੇਖਿਆ ਜੀ, ਅਤੇ ਹੁਣ ਆਪਾਂ ਯੂਜ਼ ਕਰ ਰਹੇ ਹਾਂ। ਮੇਰੀ ਫੈਮਿਲੀ, ਮੇਰੀ ਮਿਸਿਸ ਯੂਜ਼ ਕਰ ਰਹੀ ਆ, ਅਤੇ ਸਰ ਆਪਾਂ ਨੂੰ ਕਾਫੀ ਬੈਟਰ ਲੱਗ ਰਿਹਾ। ਖੁਸ਼ ਹੋ ਸਰ ਰਿਜ਼ਲਟ ਤੋਂ? ਬਿਲਕੁਲ ਸਰ, 100%। ਸੋ ਬਿਲਕੁਲ ਜੀ, ਤੁਸੀਂ ਦੇਖ ਸਕਦੇ ਜੇ ਕਿ ਬਿਲਕੁਲ ਜੈਨੂਇਨਲੀ ਤੁਹਾਡੇ ਸਾਹਮਣੇ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਰਿਜ਼ਲਟ, ਕਿ ਵਾਕਈ ਹੀ ਜੇਕਰ ਕਹਿ ਰਹੇ ਸੀ ਕਿ ਲੋਕਾਂ ਦੇ ਵੱਡੇ ਫਾਇਦੇ ਹੋ ਰਹੇ ਆ, ਤੇ ਫਾਇਦੇ ਵਾਕਈ ਹੋ ਰਹੇ ਆ। ਸੋ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ, ਕਿਹੜੀ ਜਗ੍ਹਾ ਤੋਂ ਜੀ ਤੁਸੀਂ? ਅਸੀਂ ਟੱਪਰੀਆਂ ਰਾਣੇਵਾਲ ਤੋਂ ਆਏ ਜੀ। ਠੀਕ ਹੈ ਜੀ। ਤੇ ਮੈਡਮ, ਤੁਸੀਂ ਇਸ ਤੇਲ ਦੀ ਵਰਤੋਂ ਕੀਤੀ ਹੈ ਜੀ? ਹਾਂਜੀ, ਸਾਨੂੰ 3 ਮਹੀਨੇ ਹੋ ਗਏ ਇਸ ਤੇਲ ਦੀ ਵਰਤੋਂ ਕਰਦਿਆਂ ਨੂੰ ਜੀ। ਤਾਂ ਸਾਨੂੰ ਉਹ ਤੋਂ ਬਹੁਤ ਫਰਕ ਪਿਆ ਹੈ। ਜਿੱਦਾਂ ਕੈਸਟਰੋਲ, ਯੂਰੀਆ, ਇਹ ਸਾਰੇ ਸਰੀਰ ਵਿੱਚ ਅਕੜਾਨ ਜਿਹੀ ਰਹਿੰਦੀ ਸੀਗੀ, ਮਤਲਬ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ। ਹੁਣ ਪਹਿਲਾਂ ਨਾਲੋਂ ਬਹੁਤ ਫਰਕ ਹੈ, ਅਤੇ ਹੁਣ ਆਪਾਂ ਕੋਈ ਯੂਰੀਆ ਦੀ, ਕੈਸਟਰੋਲ ਦੀ ਗੋਲੀ ਨਹੀਂ ਖਾਧੀ ਉਸ ਤੋਂ ਬਾਅਦ ਜੀ। ਅਤੇ ਹਾਂਜੀ, ਕਿਸ ਤਰ੍ਹਾਂ ਪਹਿਲਾਂ ਦਵਾਈਆਂ ਖਾਣੀਆਂ ਪੈਂਦੀਆਂ ਹੋਣੀਆਂ ਰੁੱਗ ਭਰ ਕੇ, ਤੇ ਹੁਣ ਇੱਕ ਤੇਲ ਧੁੰਨੀ 'ਚ ਪਾਉਣ ਨਾਲ ਠੀਕ ਹੋ ਗਏ? ਜੀ, ਬਹੁਤ ਫਰਕ ਲੱਗਦਾ ਸਾਨੂੰ। ਜਿੱਦਾਂ ਹੁਣ ਸਾਨੂੰ ਅੰਗਰੇਜ਼ੀ ਦਵਾਈ ਨਹੀਂ ਖਾਣੀ ਪੈਂਦੀ ਜੀ। ਹਾਂਜੀ, ਹੱਥ ਪੈਰ ਸੁੰਨ ਹੁੰਦੇ ਸੀ, ਉਹ ਤੋਂ ਵੀ ਫਰਕ ਹੈ। ਤਾਂ ਤੇ ਲੀਵਰ ਦੀ ਪ੍ਰੋਬਲਮ ਸੀ, ਉਹ ਅਸੀਂ ਦਵਾਈ ਪੀਤੀ ਲੀਵਰ ਦੀ, ਅਤੇ ਉਹ ਤੋਂ ਵੀ ਕਾਫੀ ਫਰਕ ਹੈ ਸਾਨੂੰ। ਸੋ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਤੁਸੀਂ ਵੀ ਇਸ ਤੇਲ ਦੀ ਵਰਤੋਂ ਕੀਤੀ? ਜਿਹੜਾ ਧੁੰਨੀ ਦੇ ਵਿੱਚ ਤੇਲ ਪਾਉਣ ਲਈ ਕਹਿ ਰਿਹਾ ਕਿ ਪਾਉਣ ਦੇ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਜੀ? ਪਹਿਲੀ ਵਾਰੀ ਆਏ ਹਾਂਜੀ, ਲਿਆ ਤੇਲ ਅਸੀਂ ਪਾਣ ਜੀ। ਹਾਂਜੀ, ਉਹ ਲਿਆ ਵਰਤੋਂ ਕਰਨੇ ਨੂੰ।
ਠੀਕ ਹੈ ਜੀ। ਹਾਂਜੀ ਡਿਸਕ ਸੋ ਬਿਲਕੁਲ ਜੀ, ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾਇਆ, ਪੇਸ਼ੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਤੇ ਹੁਣ ਅਸੀਂ ਵੈਦ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪ੍ਰੋਪਰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਇਸ ਤੇਲ ਨੂੰ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ, ਪਾਉਣ ਦੀ ਵਿਧੀ ਵੀ ਤੁਹਾਨੂੰ ਦਿਖਾਵਾਂਗੇ ਤੇ ਆਓ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਰ ਬਾਹਰ ਕਾਫੀ ਲੋਕ ਪਹੁੰਚੇ ਹੋਏ ਆ ਜਿਹੜੇ ਕਿ ਦੱਸ ਰਹੇ ਆ ਕਿ ਧੁੰਨੀ ਦੇ ਵਿੱਚ ਤੇਲ ਪਾਉਣ ਦੇ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਜੀ। ਸਰ ਇਹ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਇੱਕ ਤੇਲ ਨੂੰ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ। ਸਰ 1947 ਤੋਂ ਪਹਿਲਾਂ ਧੁੰਨੀ ਨਾਲ ਹੀ ਇਲਾਜ ਕੀਤੇ ਜਾਂਦੇ ਸੀਗੇ, ਧੁੰਨੀ ਰਾਹੀਂ ਹੀ ਇਲਾਜ ਕੀਤੇ ਜਾਂਦੇ ਸੀਗੇ। 1947 ਤੋਂ ਬਾਅਦ ਜਿੱਦਾਂ ਹੀ ਭਾਰਤ ਆਜ਼ਾਦ ਹੋਇਆ, ਬਹੁਤ ਸਾਰੀ ਮੈਡੀਸਨ ਜਿਹਨੂੰ ਅਸੀਂ ਐਲੋਪੈਥੀ ਮੈਡੀਸਨ ਕਹਿੰਦੇ ਹਾਂ, ਉਹ ਭਾਰਤ ਵਿੱਚ ਆਈ ਆ ਨਾ। ਉਸ ਤੋਂ ਪਹਿਲਾਂ ਜਿੰਨੀ ਵੀ ਮੈਡੀਸਨ ਸੀ ਆਯੁਰਵੈਦਾ ਨਾਲ ਰਿਲੇਟਡ ਸੀਗੇ। ਪੁਰਾਤਨ ਗ੍ਰੰਥ ਤੁਸੀਂ ਫਰੋਲੋ ਜਾਂ ਪੁਰਾਣੀਆਂ ਆਪਣੀਆਂ ਰਸੋਈਆਂ 'ਚ ਜਾਓਗੇ, ਤੁਹਾਨੂੰ ਬਹੁਤ ਸਾਰੇ ਆਪਣੇ ਮੈਡੀਸਨ ਮਿਲੂਗੀ ਜਿਹੜੀ ਆਯੁਰਵੈਦਾ ਮੈਡੀਸਨ ਸੀ। ਮਾਵਾਂ ਆਪਣੇ ਘਰ ਦੇ ਵਿੱਚ ਜਦੋਂ ਬੱਚਿਆਂ ਨੂੰ ਮਾਲਿਸ਼ ਕਰਦੀਆਂ ਸੀਗੀਆਂ, ਉਹ ਵੀ ਆਇਲ ਦੇ ਨਾਲ ਹੀ ਮਾਲਿਸ਼ ਕਰਦੀਆਂ ਸੀ ਔਰ ਬੱਚੇ ਗਰੋਥ ਕਰਦੇ ਸੀ, ਭਲਵਾਨ ਪੈਦਾ ਹੋ ਰਹੇ ਸੀ। ਜਦ ਤੋਂ ਅਸੀਂ ਆਰਟੀਫਿਸ਼ੀਅਲ ਫੂਡ ਦੇ ਉੱਤੇ ਆ ਗਏ ਹਾਂ, ਉਦੋਂ ਤੋਂ ਅਸੀਂ ਬੱਚਿਆਂ ਨੂੰ ਵੀ ਬਿਮਾਰ ਪਾ ਰਹੇ ਹਾਂ। ਸੋ ਇਸ ਚੀਜ਼ ਕਰਕੇ ਅਸੀਂ ਜਿਹੜੀ ਨੇਵਲ ਅੰਮ੍ਰਿਤ ਜਿਹਦੀ ਤੁਸੀਂ ਧੁੰਨੀ ਵਾਲੀ ਗੱਲ ਕਰਦੇ ਆ, ਅਸੀਂ 3 ਸਾਲ ਪਹਿਲਾਂ ਮਤਲਬ ਆਈ ਥਿੰਕ 2019 ਦੇ ਵਿੱਚ ਅਸੀਂ ਲਾਂਚ ਕੀਤੀ ਸੀ। ਭਾਰਤ ਵਿੱਚ ਸਭ ਤੋਂ ਪਹਿਲੀ ਵਾਰ ਅਸੀਂ ਲਾਂਚ ਕੀਤੀ ਸੀ ਨੇਵਲ ਅੰਮ੍ਰਿਤ, ਠੀਕ ਹੈ ਨਾ। ਸੋ ਸਾਡੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੀਤਾ, ਪਰ ਅਸੀਂ ਇਹਨੂੰ ਕੋਲਡ ਪ੍ਰੋਸੈਸ ਰਾਹੀਂ ਤਿਆਰ ਕੀਤਾ। ਜਿਹਨਾਂ ਲੋਕਾਂ ਨੂੰ ਕੋਲਡ ਪ੍ਰੋਸੈਸ ਦਾ ਨਹੀਂ ਪਤਾ, ਉਹ ਆਯੁਰਵੈਦਾ ਨੂੰ ਇੱਕ ਵਾਰੀ ਪੜ੍ਹ ਲੈਣ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੋਈ ਵੀ ਮੈਡੀਸਨ ਜਿਹੜੀ ਆਯੁਰਵੈਦਿਕ ਮੈਡੀਸਨ ਆ ਕੋਲਡ ਪ੍ਰੋਸੈਸ ਰਾਹੀਂ ਠੀਕ ਹੁੰਦੀ। ਸਰ ਇੱਕ ਵਾਰ ਲੌਜਿਕ ਜ਼ਰੂਰ ਸਮਝਾਓ ਕਿ ਜਿਸ ਤਰ੍ਹਾਂ ਮੰਨ ਲਓ ਬਾਹਰ ਅਸੀਂ ਦੇਖ ਰਹੇ ਸੀ, ਕੋਈ ਕਹਿ ਰਿਹਾ ਜੋੜਾਂ 'ਚ ਦਰਦ ਹੋ ਰਿਹਾ, ਕੋਈ ਕਹਿ ਰਿਹਾ ਕਿ ਸਾਨੂੰ ਲਿਵਰ ਦੀ ਪ੍ਰੋਬਲਮ ਆ, ਤੇ ਸਮੱਸਿਆਵਾਂ ਕਾਫੀ ਆ। ਫਿਰ ਇੱਕ ਧੁੰਨੀ ਤੋਂ ਕਿਸ ਤਰ੍ਹਾਂ ਮਤਲਬ ਵੱਖ-ਵੱਖ ਸਮੱਸਿਆਵਾਂ ਠੀਕ ਹੋ ਸਕਦੀਆਂ? ਮੈਂ ਤੁਹਾਨੂੰ ਇੱਕ ਸਵਾਲ ਦੇ ਨਾਲ ਹੀ ਲੈ ਕੇ ਜਾ ਰਿਹਾ, ਜਿੱਦਾਂ ਤੁਸੀਂ ਸਵਾਲ ਕੀਤਾ ਉਹਦੇ ਨਾਲ ਹੀ ਇੱਕ ਜਵਾਬ ਦੇਣ ਲੱਗਾ। ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਜੀ, ਸਭ ਤੋਂ ਪਹਿਲਾਂ ਕੀ ਬਣਦਾ? ਸਭ ਤੋਂ ਪਹਿਲਾਂ ਨਾੜੂਆ ਬਣਦਾ ਜੀ। ਨਾੜੂਆ, ਜਿਹਨੂੰ ਨਾਭੀ ਕਹਿੰਦੇ, ਜਿਹਨੂੰ ਧੁੰਨੀ ਕਹਿੰਦੇ ਆ। ਨਾੜੂਏ ਦੇ ਨਾਲ ਫਿਰ ਕੀ ਆ, ਉੱਥੋਂ 72,000 ਨਾੜਾਂ ਹੋਰ ਆਉਂਦੀਆਂ, ਜਿਹਨਾਂ ਵੱਖਰੇ ਆਰਗਨਸ ਨੂੰ ਜਾਂਦੀਆਂ ਆ। ਵੱਖਰੇ ਆਰਗਨ, ਉਹ ਆਰਗਨ ਉਹਨਾਂ ਨਾਲ ਕੰਪਲੀਟ ਆ। ਹੁਣ ਨਾਭੀ ਜਦੋਂ ਬਣੀ ਆ, ਮਾਂ ਦੇ ਪੇਟ ਵਿੱਚ ਬੰਦਾ ਨਾਭੀ ਦੇ ਥਰੂ ਹੀ ਸਾਰੀ ਡਿਵੈਲਪਮੈਂਟ ਹੋਈ। ਉਹਦੇ ਅੰਗ ਜਿੰਨੇ ਵੀ ਬਣੇ ਆ, ਨੱਕ, ਮੂੰਹ, ਕੰਨ, ਕੁਝ ਵੀ ਜਿਹੜਾ ਬਣਿਆ ਆਪਣਾ ਬੋਡੀ ਦਾ ਅੰਗ, ਉਹ ਨਾਭੀ ਨਾਲ ਹੀ ਬਣਿਆ। ਇਹ ਦੇਖੋ ਕਿ ਜੜ ਕੀ ਸੀ? ਨਾਭੀ ਜੀ, ਧੁੰਨੀ ਜੜ ਸੀਗੀ। ਉਹ ਧੁੰਨੀ ਦੇ ਰਾਹੀਂ ਇੱਕ ਬੱਚਾ ਇੱਕ ਭਰੂਣ ਤੋਂ ਲੈ ਕੇ ਪੂਰਾ 9 ਮਹੀਨੇ ਦੇ ਵਿੱਚ ਕੰਪਲੀਟ ਹੋ ਕੇ ਇੱਕ ਬੇਬੀ ਬਣ ਜਾਂਦਾ ਆ। ਤਾਂ ਇਹਦਾ ਮਤਲਬ ਧੁੰਨੀ ਇੱਕ ਜੜ ਹੈ ਜੀ। ਧੁੰਨੀ ਇੱਕ ਜੜ ਹੈ। ਸਾਨੂੰ ਕੋਈ ਵੀ ਬੂਟਾ ਜੇਕਰ ਅਸੀਂ ਤੰਦਰੁਸਤ ਰੱਖਣਾ, ਉਹਦੀ ਜੜ 'ਚ ਹੀ ਪਾਣੀ ਪਾਉਣਾ ਪਊਗਾ, ਨਾ ਕਿ ਉਹਦੇ ਪੱਤਿਆਂ ਨੂੰ, ਨਾ ਕਿ ਫਲਾਂ ਨੂੰ। ਜਾਂ ਹੁਣ ਅਸੀਂ ਕਰਦੇ ਕੀ ਆ, ਹੁਣ ਅਸੀਂ ਮੈਡੀਸਨ ਲੈਂਦੇ, ਮੇਰਾ ਸਿਰ ਦੁਖਿਆ, ਮੈਂ ਕਹਿੰਦਾ ਮੈਂ ਸਿਰ ਦੁਖਦਾ ਜੀ, ਮੈਡੀਸਨ ਲੈ ਲਈ ਜੀ। ਜੇ ਆਪਾਂ ਸਿੱਧਾ ਜੜ ਤੇ ਹੀ ਕੰਮ ਕਰ ਲਿਆ ਜਾਵੇ, ਉਹ ਜਿਹੜਾ ਸੈੱਲ ਆ ਸਾਡਾ ਪੋਸ਼ਣ ਹੋ ਗਿਆ। ਦੇਖੋ ਬਾਡੀ ਸਾਡੀ ਸੈੱਲਾਂ ਤੋਂ ਬਣੀ ਹੋਈ ਆ। ਮੈਂ ਤੁਹਾਨੂੰ ਅੱਜ ਐਜ਼ ਏ ਅਨੋਟਮੀ ਦੱਸਣ ਲੱਗਾ, ਜਿਹੜੀ ਬਾਡੀ ਆ ਉਹ ਸਾਡੇ ਸੈੱਲਾਂ ਤੋਂ ਬਣੀ ਹੋਈ ਆ। ਜਦੋਂ ਕਿਸੇ ਇਨਸਾਨ ਦਾ ਸੈੱਲ ਬਿਮਾਰ ਹੈ ਤਾਂ ਉਹ ਇਨਸਾਨ ਬਿਮਾਰ ਹੈ। ਜੇਕਰ ਕਿਸੇ ਇਨਸਾਨ ਦਾ ਸੈੱਲ ਮਜ਼ਬੂਤ ਹੈ ਤਾਂ ਉਹ ਇਨਸਾਨ ਮਜ਼ਬੂਤ ਹੈ। ਹੁਣ ਤੁਸੀਂ ਬਹੁਤ ਵਾਰੀ ਦੇਖਿਆ ਹੋਊਗਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆਉਂਦੇ ਆ ਪੰਜਾਬ 'ਚ, ਤੁਸੀਂ ਬਹੁਤ ਸਾਰੇ ਦੇਖਣਗੇ, ਉਹਨਾਂ 'ਤੇ ਕਿਸੇ ਬਿਮਾਰੀ ਦਾ ਅਸਰ ਨਹੀਂ। ਉਹ ਬੱਚੇ ਵੀ ਖੇਡਦੇ ਫਿਰਦੇ, ਟੱਪਦੇ ਨੱਚਦੇ ਫਿਰਦੇ ਆ, ਤੁਸੀਂ ਦੇਖਿਆ ਇਸ ਚੀਜ਼ ਨੂੰ। ਬਟ ਉਹਨਾਂ ਦੇ ਮੁਕਾਬਲੇ 'ਚ ਸਾਡੇ ਬੱਚਿਆਂ ਕੋਲ ਜ਼ਿਆਦਾ ਫੈਸਿਲਿਟੀਆਂ ਆ ਜੀ। ਉਹ ਬਿਮਾਰ ਜ਼ਿਆਦਾ ਹੋ ਰਹੇ, ਉਹ ਹਸਪੀਟਲਾਂ 'ਚ ਜ਼ਿਆਦਾ ਜਾ ਰਹੇ। ਉਹਦੀ ਵਜ੍ਹਾ ਕੀ ਆ? ਕਿਉਂਕਿ ਉਹ ਕੁਦਰਤ ਦੇ ਬਹੁਤ ਲਾਗੇ ਹੈਗੇ ਆ। ਉਹ ਸੈੱਲ ਨੂੰ ਐਕਟਿਵ ਰੱਖਦੇ ਆ। ਉਹ ਸਾਡੇ ਵਾਂਗੂ ਆਰਟੀਫਿਸ਼ੀਅਲ, ਤੁਸੀਂ ਦੇਖੋ ਇੱਕ ਹੋਰ ਦੇਖਿਓ, ਜਿਹਨੇ ਪ੍ਰਵਾਸੀ ਮਜ਼ਦੂਰ ਆ, ਬਹੁਤ ਘੱਟ ਤੁਹਾਨੂੰ 버ਗਰ ਖਾਂਦੇ ਮਿਲਣਗੇ, ਬਹੁਤ ਘੱਟ ਤੁਹਾਨੂੰ ਨਿਊਡਲ ਖਾਂਦੇ ਮਿਲਣਗੇ, ਬਹੁਤ ਘੱਟ ਤੁਹਾਨੂੰ ਆਰਟੀਫਿਸ਼ੀਅਲ ਫੂਡ ਖਾਂਦੇ ਮਿਲਣਗੇ। ਸੋ ਅੱਜ ਅਸੀਂ ਕੀ ਕਰਦੇ, ਉਹਦੇ ਉਲਟਾ ਸਾਰਾ ਕੁਝ ਇਹੀ ਲੈ ਰਹੇ ਹਾਂ। ਸੋ ਕੁਦਰਤੀ ਫੂਡ ਦੇ ਨਾਲ ਜੁੜਨ ਲੋੜ ਹੈ ਸਾਨੂੰ। ਹੁਣ ਜਦੋਂ ਮੈਂ ਤੁਹਾਨੂੰ ਸੈੱਲ ਦੀ ਗੱਲ ਪਹਿਲਾਂ ਕਰਕੇ ਹਟਿਆ ਕਿ ਜੇਕਰ ਕਿਸੇ ਇਨਸਾਨ ਦਾ ਸੈੱਲ ਬਿਮਾਰ ਹੈ ਤਾਂ ਉਹ ਬਿਮਾਰ ਹੈ, ਜੇਕਰ ਕਿਸੇ ਇਨਸਾਨ ਦਾ ਸੈੱਲ ਕਮਜ਼ੋਰ ਹੈ ਤਾਂ ਉਹ ਕਮਜ਼ੋਰ ਹੈ। ਜੇਕਰ ਕਿਸੇ ਇਨਸਾਨ ਦੀ ਸੈੱਲ ਦੀ ਡੈਥ ਹੋ ਜਾਂਦੀ ਆ ਤਾਂ ਉਸ ਇਨਸਾਨ ਦੀ ਡੈਥ ਹੋ ਜਾਂਦੀ ਹੈ। ਸੋ ਸਾਨੂੰ ਸੈੱਲ ਦੀ ਕੇਅਰ ਕਰਨ ਦੀ ਲੋੜ ਹੈ। ਸਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਇਸ ਤੇਲ ਦੀ ਗੱਲ ਕੀਤੀ ਜਾਵੇ, ਕੀ ਇਹ ਟੋਟਲੀ ਆਯੁਰਵੈਦਿਕ ਆ ਤੇ ਵਰਤੋਂ ਲਈ ਸੇਫ ਹੈ ਜੀ? ਇਹਦੇ ਬਾਰੇ ਵੀ ਜਾਣਕਾਰੀ ਦਿਓ। ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਯੁਰਵੈਦਾ ਦੇ ਵਿੱਚ ਕੋਲਡ ਪ੍ਰੋਸੈਸ ਨਾਲ ਹੀ ਹੁੰਦਾ। ਸਾਨੂੰ ਹੈਲਥ ਮਿਨਿਸਟਰੀ ਨੇ ਰਿਵਾਰਡ ਦਿੱਤੇ ਹੋਏ ਆ, ਅਵਾਰਡ ਦਿੱਤੇ ਹੋਏ ਆ, ਠੀਕ ਹੈ ਜੀ, ਕਿਉਂਕਿ ਇਹ ਨੇਵਲ ਅੰਮ੍ਰਿਤ ਹੀ ਪਹਿਲੀ ਮੈਡੀਸਨ ਸੀ ਭਾਰਤ ਦੀ।
ਸਾਡੇ ਤੋਂ ਬਾਅਦ ਬਹੁਤ ਸਾਰੇ ਲੋਕ ਆਏ ਆ ਜਿਨ੍ਹਾਂ ਨੇ ਨਾਭੀ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਨਾਭੀ ਦੇ ਵਿੱਚ ਤੇਲ ਪਾਉਣ ਦੀਆਂ ਕਈ ਵਿਧੀਆਂ ਲੈ ਕੇ ਆਏ, ਬਟ ਕੀ ਇਹ ਦੇਖੋ ਕਿ ਕੋਲਡ ਪ੍ਰੋਸੈਸ ਹੈ। ਹੁਣ ਤੁਸੀਂ ਪੇਸ਼ੈਂਟ ਨੂੰ ਮਿਲੇ ਆ ਜੀ, ਜਾਂ ਤੁਸੀਂ ਜਿਹੜੇ ਰਹਿੰਦੇ ਪੇਸ਼ੈਂਟ ਉਹਨਾਂ ਨੂੰ ਮਿਲੋਗੇ, ਉਹਨਾਂ ਨੂੰ ਉਹ ਕੀ ਕਹਿੰਦੇ ਆ, ਅਸੀਂ ਠੀਕ ਹੋਏ ਆ। ਉਹ ਕਿਹੜੇ ਠੀਕ ਹੋਏ ਆ? ਜਿਨ੍ਹਾਂ ਨੇ ਓਰੀਜਨਲ ਨੇਵਲ ਅੰਮ੍ਰਿਤ ਵਰਤਿਆ। ਔਰ ਜਿਹੜੇ ਬਹੁਤ ਸਾਰੇ ਲੋਕ ਆਨਲਾਈਨ ਸਾਡਾ ਨਾਮ ਦੇ ਕੇ ਵੇਚ ਰਹੇ ਆ, ਬਹੁਤ ਸਾਰੇ ਲੋਕ ਜਿਹੜੇ ਆਨਲਾਈਨ ਹੀ ਸਾਡਾ ਨਾਮ ਦੇਈ ਜਾ ਰਹੇ ਆ, ਉਹ ਨਾਮ ਦੇ ਨਾਲ ਹੀ ਵੇਚੀ ਜਾ ਰਹੇ ਆ, ਬਟ ਉਹਨਾਂ ਨੂੰ ਠੀਕ ਹੋਣ ਦੀ ਬਜਾਏ ਉਹ ਜ਼ਿਆਦਾ ਬਿਮਾਰ ਹੋ ਰਹੇ ਆ। ਸੋ ਮੈਂ ਤੁਹਾਡੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜੇਕਰ ਤੁਸੀਂ ਨੇਵਲ ਅੰਮ੍ਰਿਤ ਓਰੀਜਨਲ ਲੈਣਾ ਚਾਹੁੰਦੇ ਆ, ਕੋਸ਼ਿਸ਼ ਕਰੋ ਸਾਡੇ ਕਲੀਨਿਕ ਤੇ ਆਓ, ਠੀਕ ਹੈ ਜੀ, ਕਿਉਂਕਿ ਇੱਥੇ ਡਾਕਟਰਾਂ ਦੀ ਕੋਈ ਵੀ ਫੀਸ ਨਹੀਂ ਹੈਗੀ। ਤੁਸੀਂ ਜੇ ਓਰੀਜਨਲ ਚੀਜ਼ ਵਰਤੋਗੇ ਤਾਂ ਨੈਚੁਰਲੀ ਆ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਣਾ। ਸਰ ਇਸ ਤੋਂ ਇਲਾਵਾ ਜੇਕਰ ਸਾਨੂੰ ਪ੍ਰੋਪਰ ਐਡਰੈਸ ਵੀ ਦੱਸੋ ਫਿਰ, ਕਿ ਜਿਹੜੇ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਵੇਖ ਰਹੇ ਆ ਉਹ ਇੱਥੇ ਲੋਕੇਸ਼ਨ ਤੇ ਪਹੁੰਚ ਸਕਣ, ਕਿਉਂਕਿ ਜਦੋਂ ਪਹੁੰਚਣਗੇ ਗੱਲਬਾਤ ਕਰਨਗੇ, ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਬਾਹਰ ਕਾਫੀ ਘੱਟੋ ਘੱਟ ਨਹੀਂ ਤੇ 30 ਤੋਂ 40 ਪੇਸ਼ੈਂਟ ਪਹੁੰਚੇ ਹੋਏ ਆ, ਕਿ ਇੱਥੇ ਪਹੁੰਚਣਗੇ ਉਹਨਾਂ ਨੂੰ ਪ੍ਰੋਪਰ ਐਡਰੈਸ ਦੱਸ ਦਿਓ। ਬਿਲਕੁਲ ਜੀ, ਜਿਹੜਾ ਸਾਡਾ ਐਡਰੈਸ ਹੈ ਗੜਸ਼ੰਕਰ ਰੋਡ ਨੇੜੇ GN ਰਾਈਸ ਮਿਲ, ਗੜਸ਼ੰਕਰ ਰੋਡ ਨੇੜੇ GN ਰਾਈਸ ਮਿਲ। ਜਦੋਂ ਤੁਸੀਂ ਬੰਗੇ ਸ਼ਹਿਰ 'ਚ ਆ ਜੰਨੇ ਆ, ਬਿਜਲੀ ਘਰ ਹੈਗਾ ਜੀ, ਬਿਜਲੀ ਘਰ ਤੋਂ ਅੱਗੇ 500 ਮੀਟਰ ਦੀ ਦੂਰੀ ਤੇ ਸਾਡਾ ਨੇਵਲ ਅੰਮ੍ਰਿਤ ਦਾ ਆਫਿਸ ਹੈਗਾ ਆ। ਸਾਡਾ ਸ਼ਹਿਰ ਦੇ ਵਿੱਚ ਨਹੀਂ ਹੈਗਾ, ਸ਼ਹਿਰ ਤੋਂ ਬਾਹਰ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਬੰਗੇ ਵਿੱਚ ਵੀ ਬੈਠੇ ਹੋਏ ਆ ਸਾਡੀ ਕਾਪੀ ਕਰਕੇ, ਔਰ ਮੈਂ ਤੁਹਾਨੂੰ ਉਹਨਾਂ ਦੇ ਪ੍ਰੂਫ ਵੀ ਦੇ ਦੂੰਗਾ ਕਿ ਇੱਥੇ ਕੰਮ ਕਰਦੇ ਗਏ ਆ ਸਾਡੇ ਕੋਲੋਂ ਜੀ, ਉਹਨਾਂ ਦੇ ਪ੍ਰੂਫ ਵੀ ਦੇ ਦੂੰਗਾ ਕਿ ਜਿਹੜੇ ਇੱਥੇ ਨੇਵਲ ਅੰਮ੍ਰਿਤ ਨਾਭੀ ਅੰਮ੍ਰਿਤ ਦੀ ਲੋਕਾਂ ਨੂੰ ਦੱਸਦੇ ਹੁੰਦੇ ਸੀ, ਜਾ ਕੇ ਉਹਨਾਂ ਨੇ ਇਹ ਸੋਚ ਲਿਆ ਕਿ ਯਾਰ ਅਸੀਂ ਪੈਸਾ ਕਮਾਈਏ। ਪੈਸਾ ਕਮਾਉਣਾ ਸਾਡਾ ਮੋਟਿਵ ਨਹੀਂ ਹੈਗਾ ਆ, ਸਾਡਾ ਮੋਟਿਵ ਹੈ ਕਿ ਲੋਕਾਂ ਦੀ ਸਿਹਤ ਠੀਕ ਹੋ ਜਾਏ। ਜਦ ਲੋਕਾਂ ਦੀ ਸਿਹਤ ਠੀਕ ਹੋ ਗਈ ਤਾਂ ਸਾਡੇ ਲਈ ਪੈਸਾ ਹੀ ਆਓ। ਹੁਣ ਜਦੋਂ ਤੁਸੀਂ ਦੇਖਿਆ ਪੇਸ਼ੈਂਟ ਦੱਸਦੇ ਕਿ ਮੈਂ ਮਤਲਬ ਉਹਨੂੰ ਇੱਕ ਵਾਰੀ ਦਵਾਈ ਲਈ ਸੀ, ਮੈਂ 10 ਨੂੰ ਨਾਲ ਲੈ ਕੇ ਆਇਆ, ਇਹੀ ਸਾਡੇ ਲਈ ਇੱਕ ਵੱਡੀ ਸਾਡੇ ਲਈ ਮੁੱਲਦਾਨ ਹੈਗੀ। ਸੋ ਬਿਲਕੁਲ ਜੀ, ਨਾਲ ਦੀ ਨਾਲ ਸਰ ਇੱਕ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਕਿ ਜਿਸ ਤਰ੍ਹਾਂ ਕਿਹੜੇ ਰੋਗ, ਜਿਸ ਤਰ੍ਹਾਂ ਕਈ ਭਾਜੀ ਦੱਸ ਰਹੇ ਸੀ ਸ਼ੂਗਰ ਸੀ ਜਾਂ ਲਿਵਰ ਸੀ, ਕਿਹੜੇ ਰੋਗ ਇਹਦੇ ਨਾਲ ਠੀਕ ਹੋ ਸਕਦੇ ਆ, ਥੋੜਾ ਜਿਹਾ ਚਾਨਣਾ ਪਾ ਦਿਓ। ਦੇਖੋ ਨੇਵਲ ਅੰਮ੍ਰਿਤ ਹਰ ਰੋਗ ਦੇ ਉੱਤੇ ਕੰਮ ਕਰਦੀ ਆ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਜੜ ਦੇ ਉੱਤੇ ਕੰਮ ਕਰਦੀ ਆ ਨਾ। ਜਦੋਂ ਜੜ ਹੀ ਠੀਕ ਹੋ ਗਈ ਤਾਂ ਜਿਹੜਾ ਬੂਟਾ ਆ ਉਹਨੇ ਫਲ ਵੀ ਦੇਣੇ ਆ, ਨੇ ਹਵਾ ਵੀ ਦੇਣੀ ਤੇ ਉਹਨੇ ਪੱਤੇ ਵੀ ਦੇਣੇ ਨੇ, ਛਾਂ ਵੀ ਦੇਣੀ ਆ। ਸੋ ਜੜ ਦੇ ਉੱਤੇ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਾਂ ਨਾਰਮਲ ਜਿਹੜੇ ਆਪਣੇ ਰੋਗ ਹੁੰਦੇ ਆ, BP ਸ਼ੂਗਰ ਥਾਇਰਾਇਡ, ਹੁਣ ਸਾਡੇ ਸਾਹਮਣੇ ਪੇਸ਼ੈਂਟ ਹੈਗੇ ਆ, ਇਹਨਾਂ ਨੂੰ BP ਦੀ ਪ੍ਰੋਬਲਮ ਸੀ, ਬਾਹਰੋਂ ਆਏ ਸੀਗੇ, ਇਹਨਾਂ ਨੂੰ BP ਦੀ ਪ੍ਰੋਬਲਮ, ਦੁਬਾਰਾ ਮੈਡੀਸਨ ਲੈਣ ਆਏ ਹੋਏ ਆ। ਤੁਸੀਂ ਇਹਨਾਂ ਨੂੰ ਪੁੱਛ ਲਓ ਕੀ ਪ੍ਰੋਬਲਮ ਸੀਗੀ, ਅੱਜ ਤੁਹਾਨੂੰ ਦੱਸ ਦੇਣਗੇ ਆਪ। ਸੋ ਬਿਲਕੁਲ ਜੀ, ਇਹ ਵੀ ਲਾਈਵ ਵੀ ਸਭ ਕੁਝ ਅੱਜ ਚੱਲਣਾ ਵਾ ਤੇ ਲਾਈਵ ਹੀ ਆਪਾਂ ਪੁੱਛਣਾ ਵਾ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਮੈਂ ਸਾਊਦੀ ਅਰਬ ਤੋਂ ਆਇਆ ਸੀਗਾ ਜੀ। ਤੇ ਸਰ ਤੁਹਾਨੂੰ ਕਿਸ ਤਰ੍ਹਾਂ ਸਟੀਲ ਬਾਰੇ ਪਤਾ ਲੱਗਾ, ਕਿੰਨਾ ਸਮਾਂ ਵਰਤੋਗੀ? ਹਾਂਜੀ, ਜਿਨ੍ਹਾਂ ਨੇ ਯੂਜ਼ ਕੀਤਾ ਸੀ ਉਹਨਾਂ ਨੇ ਫਿਰ ਦੱਸਿਆ ਵੀ ਤੁਸੀਂ ਉੱਥੇ ਜਾਓ ਤਾਂ ਉੱਥੇ ਤੁਹਾਡਾ ਕੁਝ ਹੋ ਸਕਦਾ ਹੱਲ। ਮੈਂ ਵੈਸੇ ਸਾਡਾ ਕੋਟਫਤੂਹੀ ਅੱਡੇ ਦੇ ਕੋਲ ਨਾਲ ਪਿੰਡ ਆ, ਤਾਂ ਮੈਂ ਉੱਥੇ ਹਸਪੀਟਲ ਦੇ ਵਿੱਚ ਦਾਖਲ ਹੋਇਆ ਤਾਂ 7000 ਰੁਪਈਆ ਮੇਰਾ ਦਿਨ ਰਾਤ ਦਾ ਲੈ ਲਿਆ ਜੀ, ਮੈਨੂੰ ਜਾਣ ਕੇ ਮੇਰਾ ਡਾਊਨ ਨਹੀਂ ਹੋਇਆ। ਫਿਰ ਮੈਂ ਇੱਥੋਂ ਆਇਆ, ਇਹ ਤੇਲ ਦੀ ਵਰਤੋਂ ਕੀਤੀ, ਵਰਤੋਂ ਕਰਕੇ ਤਾਂ ਫਿਰ ਮੈਂ ਦੇਖਿਆ, ਫਿਰ ਇਸ ਦੇ ਨਾਲ ਮੇਰਾ ਇਸ ਵੇਲੇ 160-55 ਦੇ ਵਿੱਚ ਬਿਲਕੁਲ ਸਹੀ ਆ, ਰੈਡੀ ਆ, ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ। ਤੇ ਸਰ ਕਿੰਨੇ ਸਮੇਂ 'ਚ ਰਿਜ਼ਲਟ ਮਿਲੇ ਤੁਹਾਨੂੰ? ਮੈਨੂੰ ਜੀ ਆ 5-4 ਮਹੀਨਿਆਂ ਦੇ ਵਿੱਚ ਹੀ ਮਿਲ ਗਿਆ ਸੀਗਾ ਸੀ। ਸੋ ਬਿਲਕੁਲ ਜੀ, ਜਿਸ ਤਰ੍ਹਾਂ ਕਿ ਭਾਜੀ ਦੱਸ ਰਹੇ ਆ 4-5 ਮਹੀਨੇ ਭਾਜੀ ਨੇ ਸਟੀਲ ਦੀ ਵਰਤੋਂ ਕੀਤੀ ਆ ਤੇ ਅੱਜ ਭਾਜੀ ਫਿਰ ਪਹੁੰਚੇ ਹੋਏ ਆ। ਸੋ ਨਾਲ ਦੀ ਨਾਲ ਹੋਰ ਵੀ ਗੱਲਬਾਤ ਕਰਾਂਗੇ। ਸਰ ਜੇਕਰ ਇਸ ਤੇਲ ਨੂੰ ਨਾਭੀ ਦੇ ਵਿੱਚ ਪਾਉਣ ਦੀ ਵਿਧੀ ਦੀ ਗੱਲ ਕੀਤੀ ਜਾਵੇ। ਬਿਲਕੁਲ ਜੀ, ਬਿਲਕੁਲ, ਤੁਹਾਨੂੰ ਅੱਜ ਵਿਧੀ ਵੀ ਲਾਈਵ ਦਿਖਾਉਂਦੇ ਆ, ਕਿਵੇਂ ਵਿਧੀ ਆ ਉਹ ਸਾਡੇ ਪਿਛਲੇ ਸੈਕਸ਼ਨ 'ਚ ਹੈਗੇ ਆ, ਤੁਹਾਨੂੰ ਉੱਥੇ ਦਿਖਾਉਂਦੇ ਲੈ ਜਾ ਕੇ ਕਿ ਕਿਵੇਂ ਇਹ ਨਾਭੀ ਦੇ ਵਿੱਚ ਤੇਲ ਪਾਇਆ ਜਾਂਦਾ ਔਰ ਇਹਦਾ ਕਿਵੇਂ ਆਪਾਂ ਇਹਦੀ ਵਰਤੋਂ ਕਰਨੀ ਆ ਜੀ। ਸੋ ਬਿਲਕੁਲ ਜੀ, ਆਓ ਚੱਲਦੇ ਆ ਤੇ ਨਾਲ ਦੀ ਨਾਲ ਨਾਭੀ ਦੇ ਵਿੱਚ ਤੇਲ ਪਾਉਣ ਦੀ ਜਿਹੜੀ ਵਿਧੀ ਆ ਉਹ ਵੀ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਜੀ। ਦੋਸਤੋ ਨਾਲ ਦੀ ਨਾਲ ਇਹ ਤੇਲ ਜਿਹੜਾ ਵਾ ਤੁਹਾਨੂੰ ਨਾਭੀ ਦੇ ਵਿੱਚ ਪਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦੇਵਾਂਗੇ। ਸਰ ਵਿਧੀ ਬਾਰੇ ਜਾਣਕਾਰੀ ਦਿਓ ਜੀ। ਜੀ ਬਿਲਕੁਲ, ਬੜੇ ਹੀ ਆਸਾਨ ਤਰੀਕੇ ਨਾਲ ਆਪਾਂ ਰੋਜ਼ ਰਾਤ ਨੂੰ ਜਦੋਂ ਲੇਟਦੇ ਆ ਤਾਂ ਆਪਣੀ ਧੁੰਨੀ ਦੇ ਵਿੱਚ ਸਿੱਧੇ ਲੇਟ ਕੇ ਤੁਸੀਂ 2 ਬੂੰਦਾਂ ਇਸ ਤਰੀਕੇ ਦੇ ਨਾਲ ਆਪਣੀ ਧੁੰਨੀ ਦੇ ਵਿੱਚ ਪਾ ਲੈਣੀਆਂ ਆ ਜੀ। ਅੱਧਾ ਘੰਟਾ ਆਪਾਂ ਜਿਹੜਾ ਆ ਉਹ ਸਿੱਧੇ ਲੇਟਣਾ ਆ, ਉਹਦੇ ਵਿੱਚ ਨਾ ਤੁਸੀਂ ਸਰਾਣੇ ਦਾ ਇਸਤੇਮਾਲ ਕਰਨਾ ਆ, ਨਾ ਹੀ ਤੁਸੀਂ ਵੱਖ ਲੈਣਾ ਆ ਜੀ। ਤੇ ਜਦੋਂ ਤੁਸੀਂ ਅੱਧਾ ਘੰਟਾ ਸਿੱਧੇ ਲੇਟ ਗਏ, ਅੱਧੇ ਘੰਟੇ ਤੋਂ ਬਾਅਦ ਇਹਦੀ ਤੁਸੀਂ ਮਸਾਜ ਕਰਨੀ ਆ ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼। ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਕਿਸ ਤਰੀਕੇ ਨਾਲ ਮਸਾਜ ਕਰਨੀ ਆ ਇਹਦੀ, ਸਿੱਧੇ ਤਰੀਕੇ ਨਾਲ ਤੇ ਅਸਿੱਧੇ ਤਰੀਕੇ ਨਾਲ ਧੁੰਨੀ ਦੇ ਆਲੇ ਦੁਆਲੇ ਇਸ ਤੇਲ ਦੀ ਚੰਗੀ ਤਰ੍ਹਾਂ ਆਪਾਂ ਮਾਲਿਸ਼ ਕਰ ਲੈਣੀ ਆ ਜੀ।
ਸੋ ਇਸ ਤੋਂ ਇਲਾਵਾ ਸਰ ਇੱਕ ਸਵਾਲ ਇਹ ਵੀ ਕਰਨਾ ਚਾਹਾਂਗਾ ਕਿ ਇਸ ਤੋਂ ਇਲਾਵਾ ਪਰਹੇਜ਼ ਬਾਰੇ ਵੀ ਜਾਣਕਾਰੀ ਦੇ ਦਿਓ। ਜਿਸ ਤਰ੍ਹਾਂ ਕਿ ਹਰ ਮੈਡੀਸਿਨ ਦੇ ਵਿੱਚ ਕੋਈ ਨਾ ਕੋਈ ਪਰਹੇਜ਼ ਹੁੰਦਾ, ਇਹਦੇ ਵਿੱਚ ਵੀ ਕੋਈ ਪਰਹੇਜ਼ ਕਰਨਾ ਪੈਂਦਾ ਜੀ? ਦੇਖੋ, ਪਰਹੇਜ਼ ਤਾਂ ਹਰ ਦਵਾਈ ਦੇ ਨਾਲ ਹੈਗਾ ਆ, ਤੇ ਜਿਹੜੀ ਐਲੋਪੈਥੀ ਹੈਗੀ ਆ ਜਾਂ ਨੈਚੁਰੋਪੈਥੀ ਹੈਗੀ ਆ ਜਾਂ ਕੋਈ ਵੀ ਦਵਾਈ ਆ, ਹਰ ਦਵਾਈ ਦੇ ਨਾਲ ਪਰਹੇਜ਼ ਆ। ਤੇ ਕੁਦਰਤੀ ਦਵਾਈ ਜਦੋਂ ਆਪਾਂ ਵਰਤਦੇ ਆ, ਜਿੱਦਾਂ ਕਿ ਇਹ ਕੁਦਰਤੀ ਦਵਾਈ ਹੈਗੀ ਆ, ਇਹਦੇ ਨਾਲ ਪਰਹੇਜ਼ ਥੋੜ੍ਹੇ ਜ਼ਿਆਦਾ ਨੇ। ਥੋੜ੍ਹੇ ਜ਼ਿਆਦਾ ਦਾ ਮਤਲਬ ਉਹ ਇਹ ਨਹੀਂ ਹੈਗਾ ਕਿ ਆਪਾਂ ਤੁਹਾਡਾ ਖਾਣ ਪੀਣ ਬੰਦ ਕਰ ਦਿੰਦੇ ਆ। ਇਹ ਜ਼ਰੂਰ ਆ ਕਿ ਜਿੱਦਾਂ ਦਾ ਤੁਹਾਡਾ ਰੋਗ ਆ ਉੱਦਾਂ ਦਾ ਹੀ ਤੁਹਾਨੂੰ ਇੱਕ ਡਾਈਟ ਚਾਰਟ ਵੀ ਅਸੀਂ ਲਿਖ ਕੇ ਦਿੰਦੇ ਆ, ਤੁਹਾਨੂੰ ਪੂਰਾ ਲਿਖ ਕੇ ਦਿੰਦੇ ਆ ਕਿ ਭਾਈ ਤੁਸੀਂ ਕੀ ਖਾਣਾ ਆ, ਕੀ ਤੁਸੀਂ ਨਹੀਂ ਖਾਣਾ ਹੈਗਾ, ਕੀ ਤੁਸੀਂ ਪੀਣਾ ਆ, ਕੀ ਤੁਸੀਂ ਨਹੀਂ ਪੀਣਾ ਹੈਗਾ। ਅਗਰ ਤੁਸੀਂ ਉਸ ਦੱਸੇ ਅਨੁਸਾਰ ਸਾਡੀ ਦਵਾਈ ਨੂੰ ਵਰਤ ਲੈਂਦੇ ਆ ਤਾਂ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਨੂੰ ਤੁਹਾਡੀ ਬਿਮਾਰੀ ਤੋਂ ਆਰਾਮ ਆਉਣਾ ਸ਼ੁਰੂ ਹੋ ਗਿਆ ਆ ਜੀ। ਸੋ ਬਿਲਕੁਲ ਜੀ, ਸਰ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ। ਅਸੀਂ ਤੁਹਾਨੂੰ ਪਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦੇ ਦਿੱਤੀ ਆ। ਸੋ ਜੇਕਰ ਸਰ ਜਿਹੜੇ ਵੀ ਭੈਣ ਭਰਾ ਇਸ ਤੇਲ ਨੂੰ ਲੈਣਾ ਚਾਹੁੰਦੇ ਆ, ਕੀਮਤ ਬਾਰੇ ਵੀ ਆਪਾਂ ਜ਼ਰੂਰ ਜਾਣਕਾਰੀ ਦਈਏ ਜੀ। ਦੇਖੋ, ਇਹਦੀ ਕੀਮਤ ਤਾਂ ਕੁਛ ਵੀ ਨਹੀਂ ਹੈਗੀ ਜੀ। ਤੁਹਾਨੂੰ 6 ਮਹੀਨੇ ਦੀ ਦਵਾਈ ਤੁਹਾਨੂੰ 1650 ਰੁਪਏ ਦੇ ਵਿੱਚ ਮਿਲ ਜਾਂਦੀ ਆ ਜੀ। ਬਾਕੀ ਇਹ ਜ਼ਰੂਰ ਕਵਾਂਗੇ ਕਿ ਜਦੋਂ ਤੁਸੀਂ ਇਹਨੂੰ ਨਾ ਘਰੇ ਮੰਗਵਾਉਣ ਦੀ ਕੋਸ਼ਿਸ਼ ਨਾ ਕਰਿਓ। ਠੀਕ ਹੈ, ਸਾਡੇ ਕੋਲ ਕੋਰੀਅਰ ਫੈਸਿਲਿਟੀ ਹੈਗੀ ਆ, ਬਟ ਇੱਕ ਮੈਸੇਜ ਮੈਂ ਤੁਹਾਡੇ ਰਾਹੀਂ ਜ਼ਰੂਰ ਦੇਣਾ ਚਾਹੂੰਗਾ ਕਿ ਜਦੋਂ ਤੁਸੀਂ ਨਾ ਕੋਰੀਅਰ ਜ਼ਰੀਏ ਦਵਾਈ ਮੰਗਵਾਉਂਦੇ ਆ ਤਾਂ ਤੁਹਾਡੇ ਕੋਲ ਸਿਰਫ ਦਵਾਈ ਪਹੁੰਚਦੀ ਆ, ਡਾਕਟਰ ਨਹੀਂ ਪਹੁੰਚਦਾ ਹੈਗਾ। ਤੇ ਬਹੁਤ ਸਾਰੇ ਪੇਸ਼ੈਂਟ ਇੱਦਾਂ ਦੇ ਹੈਗੇ ਆ ਜਿਹੜੇ ਫਿਰ ਉੱਠ ਕੇ ਕਹਿੰਦੇ ਆ ਕਿ ਨਹੀਂ ਜੀ, ਸਾਨੂੰ ਧੁੰਨੀ 'ਚ ਤੇਲ ਪਾਉਣ ਨਾਲ ਕੋਈ ਆਰਾਮ ਨਹੀਂ ਆਇਆ। ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਆ, ਤੁਹਾਨੂੰ ਆਰਾਮ ਆਉਣਾ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਥੇ ਆ ਕੇ ਤੁਸੀਂ ਸਾਡੇ ਨਾਲ ਮਿਲਦੇ ਆ, ਸਾਨੂੰ ਆਪਣੀ ਸਮੱਸਿਆ ਬਾਰੇ ਦੱਸਦੇ ਆ, ਉਸ ਰੋਗ ਨੂੰ ਫਿਰ ਅਸੀਂ ਸਮਝਦੇ ਆ, ਫਿਰ ਉਸ ਮੁਤਾਬਕ ਤੁਹਾਨੂੰ ਤੁਹਾਡੇ ਪਰਹੇਜ਼ ਵੀ ਆਪਾਂ ਦੱਸਦੇ ਆ, ਤੇ ਫਿਰ ਤੁਹਾਨੂੰ ਆਰਾਮ ਆਉਣ ਦਾ ਜਿਹੜਾ ਆ ਉਹ 100% ਚਾਂਸ ਹੁੰਦਾ ਆ। ਹੁਣ ਜਦੋਂ ਤੁਸੀਂ ਕੋਰੀਅਰ ਦੇ ਰਾਹੀਂ ਮੰਗਵਾ ਲੈਂਦੇ ਆ, ਆਪਣੇ ਲਈ ਅੱਧਾ ਘੰਟਾ ਜਾਂ ਪੌਣਾ ਘੰਟਾ ਨਹੀਂ ਕੱਢ ਪਾਉਂਦੇ ਹੈਗੇ, ਤਾਂ ਦਵਾਈ ਤਾਂ ਪਹੁੰਚ ਜਾਂਦੀ ਹੈ ਜੀ, ਪਰ ਉਹ ਪਰਹੇਜ਼ ਨਹੀਂ ਨਾਲ ਪਹੁੰਚਦੇ ਹੈਗੇ, ਜਾਂ ਉਹ ਗੱਲਬਾਤ ਸਾਡੀ ਸਮਝ ਵਿੱਚ ਹੀ ਨਹੀਂ ਆਉਂਦੀ ਕਿ ਤੁਹਾਨੂੰ ਸਮੱਸਿਆ ਕੀ ਹੈਗੀ ਆ, ਕਿਉਂਕਿ ਫੋਨ ਦੇ ਉੱਪਰ ਜਿਹੜਾ ਸਮਾਂ ਆ ਉਹ ਸੀਮਿਤ ਹੁੰਦਾ ਆ। ਕੋਰੀਅਰ ਸਰਵਿਸ ਜਿਹੜੀ ਹੈਗੀ ਆ ਜੀ, ਇਹ ਉਹਨਾਂ ਲਈ ਲਾਗੂ ਕੀਤੀ ਆ ਜਿਨ੍ਹਾਂ ਨੇ ਦਵਾਈ ਦੂਜੀ ਵਾਰ ਲੈਣੀ ਆ, ਕਿਉਂਕਿ ਤੁਹਾਡੀ ਪਹਿਲੀ ਹਿਸਟਰੀ ਸਾਡੇ ਕੋਲ ਆਲਰੇਡੀ ਪਈ ਹੁੰਦੀ ਆ। ਸੋ ਕੋਸ਼ਿਸ਼ ਕਰੋ ਕਿ ਥੋੜਾ ਸਮਾਂ ਕੱਢ ਕੇ ਸਾਡੇ ਕੋਲ ਆ ਜਾਓ, ਕਿਉਂਕਿ ਸਾਡਾ ਮਿਲਣ ਦਾ ਜਾਂ ਗੱਲਬਾਤ ਕਰਨ ਦਾ ਕੋਈ ਚਾਰਜ ਨਹੀਂ ਹੈਗਾ ਜੀ। ਸੋ ਬਿਲਕੁਲ ਸਰ, ਨਾਲ ਦੀ ਨਾਲ ਇੱਕ ਸਵਾਲ ਜਿਹੜਾ ਵਾ ਨਾ ਉਹ ਵੀ ਕਰਨਾ ਚਾਹਾਂਗੇ ਕਿ ਤਕਰੀਬਨ ਕੀ ਮਾਰਕੀਟ 'ਚ ਵੇਖਣ ਨੂੰ ਮਿਲ ਰਿਹਾ ਵਾ, ਜਿਸ ਤਰ੍ਹਾਂ ਕਿਸੇ ਦੇ ਜੋੜਾਂ 'ਚ ਦਰਦ ਹੋਵੇ ਜੀ, ਜਾਂ ਕਿਤੇ ਵੀ ਕਿਸੇ ਵੀ ਤਰੀਕੇ ਦੀ ਸਮੱਸਿਆ ਹੋਵੇ ਜਾਂ ਬੈਕ ਦੀ ਪੇਨ ਹੋਵੇ, ਤੇ ਕਿਹਾ ਜਾਂਦਾ ਕਿ ਆਹ ਤੇਲ ਮਲ ਲਓ ਜੀ, ਆਪਾਂ ਕਹਿ ਰਹੇ ਹਾਂ ਨਾਭੀ 'ਚ ਪਾ ਲਈਏ, ਕੀ ਇਹ ਜੋੜਾਂ ਦੇ ਦਰਦ ਦੇ ਉੱਤੇ ਵੀ ਕੰਮ ਕਰੇਗੀ? ਦੇਖੋ, ਮੈਂ ਤੁਹਾਡੀ ਗੱਲ ਦਾ ਨਾ ਇਸ ਤਰੀਕੇ ਨਾਲ ਜਵਾਬ ਦਿੰਦਾ ਆ। ਲੋਕੀ ਕਹਿੰਦੇ ਕਿ ਇੱਦਾਂ ਕਿੱਦਾਂ ਹੋ ਸਕਦਾ ਹੈ ਕਿ ਆਹ ਵੀ ਬਿਮਾਰੀ ਠੀਕ ਹੋ ਗਈ, ਉਹ ਵੀ ਬਿਮਾਰੀ ਠੀਕ ਹੋ ਗਈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਬਿਮਾਰੀ ਨਹੀਂ ਠੀਕ ਕਰ ਰਹੇ, ਅਸੀਂ ਤੁਹਾਡੇ ਸਰੀਰ ਨੂੰ ਤੰਦਰੁਸਤ ਕਰ ਰਹੇ ਹਾਂ। ਜਦੋਂ ਸਰੀਰ ਤੰਦਰੁਸਤ ਹੋ ਜਾਂਦਾ ਹੈ ਨਾ, ਤਾਂ ਬਿਮਾਰੀ ਦਾ ਕੋਲ ਆਉਣ ਦਾ ਕੋਈ ਸਬੱਬ ਹੀ ਨਹੀਂ ਬਣਦਾ, ਕਿਉਂਕਿ ਇਹ ਸਿੱਧਾ ਸਿੱਧਾ ਤੁਹਾਡੇ ਜਿਹੜੇ ਸੈੱਲ ਹੈਗੇ ਆ, ਜਿਨ੍ਹਾਂ ਤੋਂ ਤੁਹਾਡਾ ਜਨਮ ਹੋਇਆ ਆ, ਜਿਨ੍ਹਾਂ ਤੋਂ ਤੁਹਾਡਾ ਪ੍ਰਕਾਰ ਬਣਿਆ ਆ, ਆਕਾਰ ਬਣਿਆ ਆ, ਇਹ ਉਸ ਸੈੱਲ ਨੂੰ ਤਾਕਤ ਦਿੰਦੀ ਆ, ਇੱਕ ਨਵਾਂ ਜੀਵਨ ਦਿੰਦੀ ਆ। ਤੇ ਸਰੀਰ ਦੀ ਇਮਿਊਨਿਟੀ, ਜਿਹਨੂੰ ਅਸੀਂ ਕਹਿੰਦੇ ਆ ਕਿ ਰੋਗ ਪ੍ਰਤੀਰੋਧਕ ਸ਼ਮਤਾ, ਜਿਹੜੀ ਬਿਮਾਰੀਆਂ ਦੇ ਲੜਨ ਵਿੱਚ ਸਾਡੀ ਹੈਲਪ ਕਰਦੀ ਆ, ਇਹ ਉਹਨੂੰ ਇੰਨਾ ਕੁ ਤਾਕਤਵਰ ਬਣਾ ਦਿੰਦੀ ਆ ਕਿ ਕੋਈ ਬਿਮਾਰੀ ਆ ਕੇ ਤੁਹਾਨੂੰ ਘੇਰ ਹੀ ਨਹੀਂ ਸਕਦੀ। ਸੋ ਤਾਂ ਕਰਕੇ ਅਸੀਂ ਕਹਿੰਦੇ ਆ ਕਿ ਇਸ ਦਵਾਈ ਦੇ ਨਾਲ ਕਿਸੇ ਵੀ ਬਿਮਾਰੀ ਨੂੰ ਦੂਰ ਭਜਾਇਆ ਜਾ ਸਕਦਾ ਹੈ ਜੀ। ਸਰ ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਜਾਣਕਾਰੀ ਦੇ ਦਿੱਤੀ ਜੀ ਤੁਸੀਂ। ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਜੀ, ਅਸੀਂ ਤੁਹਾਨੂੰ ਮੈਡੀਸਿਨ ਪਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦੇ ਦਿੱਤੀ ਆ, ਪ੍ਰੋਪਰ ਹਰ ਚੀਜ਼ ਦੀ ਜਾਣਕਾਰੀ ਜਿਹੜੀ ਆ ਉਹ ਦੇ ਦਿੱਤੀ ਗਈ ਆ। ਸੋ ਨਾਲ ਦੀ ਨਾਲ ਪੇਸ਼ੈਂਟਸ ਦੇ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਕੀ ਦੱਸਿਆ, ਜਿਸ ਤਰ੍ਹਾਂ ਕਿ ਅਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਸੀ ਕਿ ਨਾਭੀ ਦੇ ਵਿੱਚ ਤੇਲ ਪਾਉਣ ਦੇ ਨਾਲ ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਵਾ। ਸੋ ਅੱਜ ਸੱਚ ਤੁਹਾਡੇ ਸਾਹਮਣੇ ਆ, ਵਾਕਈ ਹੀ ਲੋਕਾਂ ਦੇ ਵੱਡੇ ਵੱਡੇ ਫਾਇਦੇ ਹੋ ਰਹੇ ਆ, ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਵਾ। ਲੋਕ ਦੱਸ ਰਹੇ ਨੇ ਕਿ ਪਹਿਲਾਂ ਰੁੱਗ ਭਰ ਕੇ ਅਸੀਂ ਮੈਡੀਸਿਨ ਖਾਂਦੇ ਸੀ, ਹੁਣ ਅਸੀਂ ਉਹ ਮੈਡੀਸਿਨ ਨਹੀਂ ਖਾ ਰਹੇ, ਸਿਰਫ ਇੱਕ ਤੇਲ ਨੂੰ ਨਾਭੀ ਦੇ ਵਿੱਚ ਪਾ ਰਹੇ ਆ। ਬਸ ਇਹ ਵੀ ਦੱਸ ਰਹੇ ਆ ਨਾਲ ਦੀ ਨਾਲ ਕਿ ਪੇਸ਼ੈਂਟਸ, ਇੱਕ ਭਾਜੀ ਜਿਹੜੇ ਦੁਬਈ ਤੋਂ ਆਏ ਸੀ, ਉਹ ਦੱਸ ਰਹੇ ਸੀ ਕਿ ਮੈਂ 4 ਤੋਂ 5 ਮਹੀਨੇ ਵਰਤੋਂ ਕੀਤੀ ਤੇ ਹੁਣ ਮੈਨੂੰ ਅੱਛੇ ਰਿਜ਼ਲਟ ਮਿਲ ਰਹੇ ਆ। ਪੇਸ਼ੈਂਸ ਰੱਖਣਾ ਵੀ ਬਹੁਤ ਜ਼ਰੂਰੀ ਆ। ਸੋ ਨਾਲ ਦੀ ਨਾਲ ਪ੍ਰੋਪਰ ਐਡਰੈਸ ਤੇ ਨੰਬਰ ਹੇਠਾਂ ਮੈਂਸ਼ਨ ਕੀਤਾ ਹੋਇਆ ਵਾ, ਤੁਸੀਂ ਫੋਨ ਦੇ ਉੱਤੇ ਸੰਪਰਕ ਕਰੋ ਤੇ ਪ੍ਰੋਪਰ ਜਾਣਕਾਰੀ ਲਓ। ਜੇਕਰ ਤੁਸੀਂ ਵਿਜ਼ਿਟ ਕਰਦੇ ਜੇ ਤੇ ਭਾਜੀ ਹੁਣਾਂ ਨੇ ਦੱਸਿਆ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਚਾਰਜਸ ਜਾਂ ਕੋਈ ਫੀਸ ਨਹੀਂ ਹੈਗੀ ਕੰਸਲਟ ਕਰਨ ਦੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਵੇਗੀ। ਕੈਮਰਾਮੈਨ ਆਰਟੀ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬ ਅਬ ਤੱਕ।